हाँ जी बच्चे, अज जो स्टार्ट करना है, अज आप स्टार्ट करना सीगा यूजेस ऑफ रिलेटिव प्रोनाउन। रिलेटिव प्रोनाउन जोड़े मैं कल भी तुहानूं दस्से कि सेंटेंस दो सेंटेंसिस या क्लॉजिज नूं आपस च जोड़न का काम करते हैं। जोड़े रिलेटिव प्रोनाउंस होंगे ये कुछ वर्ड्स होंगे आ लाइक हू, वट, हुम या फिर दैट। एक होर वर्ड होंदा है दैट इज विच। ठीक है, हू, वट, हुम, दैट, विच, ये सारे जिहड़े आ अकॉर्डिंग टू सबजैक्ट जिद्दां दा सबजैक्ट हैगा उस हिसाब नाल ये जिहड़े आ ये दो क्लॉजिज नूं आपस ਵਿੱਚ जोड़ के एक सेंटेंस बनाउंदे। कहंदे हुण इन्हां दी वरतों किदां कीती जा सकदी आ या किस किस जगह किस किस प्रोनाउन नूं जिहड़ा यूज कीता जा सकदा आ। पहला पॉइंट है उन्होंने क्या कहते रिलेटिव प्रोनाउंस ऑलवेज अग्री विद एन एंटीसीडेंट इन नंबर जेंडर एंड पर्सन। पहला हैगा हू इज यूज्ड फॉर पर्सनस ओनली। कहते जो हू वर्ड आ वो कहते पर्सनस वास्ते यूज किया जाता है। जिमें एग्जाम्पल इतने दी हुई है गॉड हैल्प दोज हू हैल्प दैमसैल्व्स। हुण इत्थे उन्होंने की किया कहते कि परमात्मा उन्हां दी मदद करता वा। ठीक है, सो इत्थे की आ ਜਿਹੜਾ ਇਹ ਆ ਨਾ ਉਹ ਇਹ ਕਿਸ ਵੱਲ ਇਸ਼ਾਰਾ ਕਰਨ ਡਿਆ ਆ ਪਰਸਨਸ ਵੱਲ ਇਸ਼ਾਰਾ ਕਰਨ ਡਿਆ ਆ ਕਿ ਉਹਨਾਂ ਦੀ ਜਿਹੜੇ ਆਪਣੀ ਮਦਦ ਖੁਦ ਕਰਦੇ ਆ ਉਹਨਾਂ ਦੀ ਮਦਦ ਪਰਮਾਤਮਾ ਕਰਦਾ ਹੈ। ਠੀਕ ਹੈ, ਹਾਂਜੀ ओके मैम। ਦੈਨ ਹੈਗਾ ਆ ਬਲੈਸਡ ਇਜ਼ ਹੀ ਹੂ ਹੈਜ਼ ਲਿਮਿਟਡ ਡਿਜ਼ਾਇਰਸ। ਹੁਣ ਇੱਥੇ ਕੀ ਆ ਹੂ ਵਰਡ ਇੱਥੇ ਅਗੇਨ ਯੂਜ਼ ਹੋਇਆ ਹੈ। ਠੀਕ ਹੈ, ਹੁਣ ਉਹਨਾਂ ਨੇ ਕਿਹਾ ਕਹਿੰਦੇ ਉਹੀ ਬਲੈਸਡ ਆ ਜਿਹੜੀਆਂ ਡਿਜ਼ਾਇਰਸ ਜਿਹੜੀਆਂ ਲਿਮਿਟਡ ਆ। ਹੂ ਜਿਹੜਾ ਆ ਕਿਹਦੇ ਵੱਲ ਇਸ਼ਾਰਾ ਕਰ ਰਿਹਾ ਹੀ ਦੇ ਵੱਲ। ਠੀਕ ਹੈ, ਸੋ ਹੀ ਤੇ ਦੋਜ਼ ਜਿਹੜੇ ਐਂਟੀਸੀਡੈਂਟ ਆ ਠੀਕ ਹੈ ਤੇ ਉਹਨਾਂ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ ਕਿਹਦੇ ਦੁਆਰਾ ਰਿਲੇਟਿਵ ਨਾउन ਦੇ ਹੈਲਪ ਦੇ ਨਾਲ। ਠੀਕ ਹੈ, ਕੀ ਕਹਿ ਰਹੇ ਹੋ ਇੱਕ ਮਿੰਟ ਬੱਚੇ। ਦੈਨ ਨੈਕਸਟ ਪੇਜ ਤੇ ਆ ਜਾਂਦੇ ਆਪਾਂ। ਇਹਦੇ ਵਿੱਚ ਅਗਲਾ ਜਿਹੜਾ ਸੈਂਟੈਂਸ ਇਹਨਾਂ ਨੇ ਦਿੱਤਾ ਹੈਗਾ ਆ ਸਪੋਰਟ ਦੋਜ਼ ਹੂਮ ਯੂ ਐਡਮਾਇਰ। ਹੁਣ ਇਹ ਜਿਹੜਾ ਹੁਮ ਵਰਡ ਆ ਨਾ ਹੁਮ ਆਬਜੈਕਟਿਵ ਕੇਸ ਦੇ ਵਿੱਚ ਲੱਗਦਾ ਹੈ। ਠੀਕ ਹੈ, ਇਹ ਜਿਹੜਾ ਹੁਮ ਆ ਇਹ ਵੀ ਕਿਹਨੂੰ ਕਿਹਦੇ ਵੱਲ ਇਸ਼ਾਰਾ ਕਰਦਾ ਹੈ ਪਰਸਨਸ ਵੱਲ। ਯਾਨੀ ਕਿ ਪਹਿਲੇ ਪੁਆਇੰਟ ਵਿੱਚ ਉਹਨਾਂ ਨੇ ਪਰਸਨਸ ਦੀ ਗੱਲ ਕੀਤੀ ਹੈ। ਦੋ ਜਾਣਿਆਂ ਲਈ ਦੋ ਰਿਲੇਟਿਵ ਪ੍ਰੋਨਾਉਨ ਇਹਦੇ ਲਈ ਵਰਤੇ ਜਾਂਦੇ ਦੈਟ ਇਜ਼ ਹੂ ਐਂਡ ਹੁਮ। ਠੀਕ ਹੈ, ਉਹਦਾ ਮਤਲਬ ਹੁੰਦਾ ਜਿਹੜੇ ਹੁਮ ਦਾ ਮਤਲਬ ਜਿਹਨੂੰ। ਠੀਕ ਹੈ, ਕੀ ਕਿਹਾ ਇਹਨਾਂ ਨੇ ਸਪੋਰਟ ਦੋਜ਼ ਹੁਮ ਯੂ ਐਡਮਾਇਰ। ਕਹਿੰਦੇ ਜਿਨ੍ਹਾਂ ਨੂੰ ਤੁਸੀਂ ਐਡਮਾਇਰ ਕਰਦੇ ਹੋ ਪ੍ਰਸ਼ੰਸਾ ਕਰਦੇ ਹੋ ਉਹਨਾਂ ਨੂੰ ਸਪੋਰਟ ਕਰੋ। ਠੀਕ ਹੈ, ਦੈਨ ਸੈਕਿੰਡ ਹੈਗਾ ਵਿਚ ਇਜ਼ ਯੂਜ਼ਡ ਫॉर ਐਨੀਮਲਸ ਐਂਡ ਫॉर ਥਿੰਗਸ ਵਿਦਆਊਟ ਲਾਈਫ। ਮਤਲਬ ਜਿਹੜੀਆਂ ਚੀਜ਼ਾਂ ਦੀ ਲਾਈਫ ਨਹੀਂ ਹੈਗੀ ਮਤਲਬ ਕਿ ਨੋਨ ਲਿਵਿੰਗ ਚੀਜ਼ਾਂ। ਠੀਕ ਹੈ, ਤੇ ਜਾਂ ਫਿਰ ਜਿਹੜੇ ਹੁੰਦੇ ਆ ਐਨੀਮਲਸ ਕਹਿੰਦੇ ਇਹਨਾਂ ਦੇ ਵਾਸਤੇ ਕਹਿੰਦੇ ਆਪਾਂ ਵਿੱਚ ਜਿਹੜਾ ਵਾ ਉਹ ਯੂਜ਼ ਕਰਦੇ ਆ। ਐਗਜ਼ਾਮਪਲ ਜਿਵੇਂ ਉਹਨਾਂ ਨੇ ਦਿੱਤੀ ਆ ਸ਼ੀ ਫਾਊਂਡ ਦ ਬੈਗ ਵਿਚ ਸ਼ੀ ਹੈਡ ਲੋਸਟ। ਹੁਣ ਵਿੱਚ ਕਿਹਦੇ ਵੱਲ ਇਸ਼ਾਰਾ ਕਰ ਰਿਹਾ ਆ ਪਿੱਛੇ ਜਾ ਕੇ ਬੈਕ ਜਾ ਕੇ ਬੈਗ ਵੱਲ। ਠੀਕ ਹੈ, ਸੋ ਬੈਗ ਇਜ਼ ਅ ਨੋਨ ਲਿਵਿੰਗ ਥਿੰਗ ਸੋ ਉਹਦੇ ਲਈ ਵਿੱਚ ਯੂਜ਼ ਕੀਤਾ ਗਿਆ। ਦ ਮੂਮੈਂਟ ਵਿਚ ਇਜ਼ ਲੋਸਟ ਫॉर ਐਵਰ। ਹੁਣ ਇੱਥੇ ਅਗੇਨ ਵਿੱਚ ਇਸ਼ਾਰਾ ਕਰ ਰਿਹਾ ਆ ਮੂਵਮੈਂਟ ਵੱਲ। ਮੂਵਮੈਂਟ ਦਾ ਮਤਲਬ ਕੀ ਹੁੰਦਾ ਆ ਪਲ, ਸਮਾਂ, ਟਾਈਮ। ਠੀਕ ਹੈ, ਕਹਿੰਦੇ ਕਿ ਜਿਹੜਾ ਪਲ ਜਾਂ ਜਿਹੜਾ ਸਮਾਂ ਇੱਕ ਵਾਰੀ ਗਵਾਚ ਗਿਆ ਉਹ ਹਮੇਸ਼ਾ ਲਈ ਗਵਾਚ ਗਿਆ। ਸੋ ਵਿੱਚ ਮਤਲਬ ਜਿਹੜਾ। ਠੀਕ ਹੈ, ਦੈਨ ਦੈਟ ਕਹਿੰਦੇ ਕਿ ਪਰਸਨ ਐਨੀਮਲਸ ਥਿੰਗਸ ਤਿੰਨਾਂ ਵਾਸਤੇ ਵਰਤਿਆ ਜਾ ਸਕਦਾ ਆ। ਠੀਕ ਹੈ, ਪਰਸਨ ਵਾਸਤੇ ਵੀ ਤੁਸੀਂ ਦੈਟ ਵਰਤ ਸਕਦੇ ਹੋ ਐਨੀਮਲ ਵਾਸਤੇ ਵੀ ਤੇ ਥਿੰਗਸ ਵਾਸਤੇ ਵੀ। ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕਿ ਦੈਟ ਜਿਹੜਾ ਵਾ ਉਹ ਹਮੇਸ਼ਾ ਆਪਾਂ ਨੋਨ ਲਿਵਿੰਗ ਵਾਸਤੇ ਹੀ ਵਰਤਾਂਗੇ। ਠੀਕ ਹੈ, ਜਦੋਂ ਆਪਾਂ ਕਿਸੇ ਪਰਸਨ ਨੂੰ ਡਿਸਕ੍ਰਾਈਬ ਕਰਦੇ ਆ ਨਾ ਆਪਾਂ ਕਹਿ ਦਿੰਦੇ ਦੈਟ ਕਾਈਂਡ ਆਫ ਪਰਸਨ, ਇਸ ਕਿਸਮ ਦੇ ਇਨਸਾਨ। ਠੀਕ ਹੈ ਨਾ, ਸੋ ਇਹ ਚੀਜ਼ਾਂ ਆਪਾਂ ਜਿਹੜੀਆਂ ਲਿਖ ਦਿੰਦੇ ਆ। uneasy lies the head that wears the crown। ਹੁਣ ਇੱਥੇ ਹੈਡ ਇਹ ਦੈਟ ਇਸ਼ਾਰਾ ਕਰ ਰਿਹਾ ਆ। ਇਹਦਾ ਮਤਲਬ ਕੀ ਹੁੰਦਾ ਵਾ ਕਰਾਊਨ ਕਹਿੰਦੇ ਜਿਹਦੇ ਸਿਰ ਤੇ ਹੁੰਦਾ ਵਾ ਕਹਿੰਦੇ ਉਹ ਇਨਸਾਨ ਜਿਹੜਾ ਵਾ ਉਹ ਕਦੇ ਵੀ ਚੈਨ ਨਾਲ ਸੋ ਨਹੀਂ ਸਕਦਾ। ਲਾਈ ਮੀਨਸ ਲੇਟ ਜਾਣਾ। ਠੀਕ ਹੈ, ਦੈਨ ਹੀ ਦੈਟ ਇਜ਼ ਡਾਊਨ ਨੀਡ ਫੀਅਰ ਨੋ ਫॉल। ਕਹਿੰਦੇ ਜਿਹੜਾ ਇਨਸਾਨ ਹੈਗਾ ਹੀ ਨੀਵਾਂ ਆ ਕਹਿੰਦੇ ਉਹਨੂੰ ਡਿੱਗਣ ਦਾ ਡਰ ਨਹੀਂ ਹੁੰਦਾ। ਸੋ ਇਹ ਦੈਟ ਵਰਡ ਬੈਕ ਜਾ ਕੇ ਹੀ ਵੱਲ ਇਸ਼ਾਰਾ ਕਰ ਰਿਹਾ ਆ।
he that, ठीक है। then fourth हैगा आ what is equal to which, ਕਹਿੰਦੇ ਕਿ what ਜਿਹੜਾ ਵਾ ਉਹ which ਦਾ ਕੰਮ ਵੀ ਕਰਦਾ ਆ। ਕਹਿੰਦੇ ਕਦੋਂ is used for things only, ਕਹਿੰਦੇ what ਜਿਹੜਾ ਹਮੇਸ਼ਾ ਚੀਜ਼ਾਂ ਵਾਸਤੇ ਵਰਤਿਆ ਜਾਂਦਾ ਆ। its antecedent is always understood, ਤੇ ਕਹਿੰਦੇ ਇਹਦਾ ਐਂਟੀਸੀਡੈਂਟ ਜਿਹੜਾ ਵਾ ਹਮੇਸ਼ਾ ਸਾਨੂੰ ਜਿਹੜਾ ਵਾ ਸਾਡੇ ਦਿਮਾਗ 'ਚ ਅੰਡਰਸਟੈਂਡ ਰਹਿੰਦਾ ਆ। ਠੀਕ ਹੈ, ਵਟ ਆਈ ਸੇ ਵਟ ਆਈ ਮੀਨ, ਕਹਿੰਦੇ ਕਿ ਜੋ ਮੇਰਾ ਮਤਲਬ ਆ ਮੈਂ ਉਹੀ ਕਿਹਾ। ਠੀਕ ਹੈ, ਸੋ ਇੱਥੇ ਜਿਹੜੇ ਵਰਡਸ ਆ, ਵਰਡਸ ਦੇ ਲਈ ਵਟ ਯੂਜ਼ ਕੀਤਾ ਗਿਆ ਆ। then fifth point ਹੈਗਾ ਆ as is used as a relative pronoun when it is used after the same ਤੇ such, ਕਹਿੰਦੇ ਜਿਹੜੇ ਦੋ ਵਰਡਸ ਆ ਨਾ ਸੱਚ ਤੇ ਸੇਮ, ਕਹਿੰਦੇ ਇਸ ਤੋਂ ਬਾਅਦ ਵਿੱਚ ਜੇ as ਵਰਤਿਆ ਜਾਂਦਾ ਵਾ ਨਾ ਤੇ ਕਹਿੰਦੇ ਕਿ ਉਹ ਐਜ਼ ਅ ਰਿਲੇਟਿਵ ਪ੍ਰੋਨਾਊਨ ਕੰਮ ਕਰਦਾ ਆ। ਐਜ਼ ਵਰਡ ਜਿਹੜਾ ਹੁਣ ਜਿੱਦਾਂ ਇੱਥੇ ਐਗਜ਼ਾਮਪਲਸ ਦਿੱਤੀਆਂ ਆ, ਕਹਿੰਦੇ ਇਹ ਐਜ਼ ਜਿਹੜਾ ਵਾ ਕਹਿੰਦੇ ਪਰਸਨਸ ਵਾਸਤੇ ਥਿੰਗਸ ਵਾਸਤੇ ਯੂਜ਼ ਕੀਤਾ ਜਾ ਸਕਦਾ ਆ। ਦਿਸ ਇਜ਼ ਦ ਸੇਮ ਪੈਨ ਐਜ਼ ਆਈ ਸੌ ਯੈਸਟਰਡੇ, ਠੀਕ ਹੈ। ਹੁਣ ਸੇਮ ਪੈਨ ਵੱਲ ਇਸ਼ਾਰਾ ਕਰ ਰਿਹਾ ਆ। ਐਜ਼ ਆਈ ਸੌ ਯੈਸਟਰਡੇ, ਕਹਿੰਦੇ ਜਿੱਦਾਂ ਦਾ ਉਹਨੇ ਕੱਲ ਦੇਖਿਆ ਸੀ ਉਸੇ ਤਰੀਕੇ ਦਾ ਇਹ ਪੈਨ ਆ। ਠੀਕ ਹੈ, ਸੋ ਕਿਹਦੇ ਬਾਰੇ ਗੱਲ ਹੋ ਰਹੀ ਸੀਗੀ? ਪੈਨ ਬਾਰੇ ਗੱਲ ਹੋ ਰਹੀ ਸੀਗੀ। ਠੀਕ ਹੈ, ਸੋ ਇਟਸ ਅ ਥਿੰਗ। then she is such a girl as I like, ਕਹਿੰਦੇ ਜਿੱਦਾਂ ਦੀ ਮੈਨੂੰ ਪਸੰਦ ਆ ਇਹ ਉਦਾਂ ਦੀ ਹੀ ਲੜਕੀ ਆ। ਠੀਕ ਹੈ, ਸੋ ਲੜਕੀ ਯਾਨੀ ਗਰਲ ਯਾਨੀ ਨਾउन ਵਾਸਤੇ ਗੱਲ ਹੋਈ ਆ। ਸੋ ਇਹ ਪਰਸਨ ਹੋ ਗਿਆ, ਪੈਨ ਹੋ ਗਿਆ, ਥਿੰਗ ਹੋ ਗਿਆ। ਠੀਕ ਹੈ, then sixth ਹੈਗਾ ਆ but is used as a relative pronoun when it means who not which not, which not ਤੇ who not ਮਤਲਬ ਕਿਸੇ ਦਾ ਨਾ ਹੋਣਾ। ਠੀਕ ਹੈ ਨਾ, ਕਹਿੰਦੇ ਕਿ ਉਦੋਂ ਕਹਿੰਦੇ ਕਿ ਬਟ ਜਿਹੜਾ ਵਾ ਉਹ ਵੀ ਰਿਲੇਟਿਵ ਪ੍ਰੋਨਾਊਨ ਦੀ ਤਰ੍ਹਾਂ ਯੂਜ਼ ਹੋ ਜਾਂਦਾ। ਜਿਵੇਂ ਇੱਥੇ ਕੀ ਲਿਖਿਆ ਆ, there was not a person but wept, ਕੀ ਕਹਿੰਦੇ ਆ ਇਹਦਾ ਮਤਲਬ ਕੀ ਆ? but wept which not, which not ਦਾ ਮਤਲਬ ਕਿਹੜਾ ਨਹੀਂ। ਇੱਥੇ ਕੀ ਮਤਲਬ ਬਣਦਾ? ਕਹਿੰਦੇ ਕਿਹੜਾ ਇਨਸਾਨ ਆ ਜਿਹੜਾ ਅਜੇ ਤੱਕ ਰੋਇਆ ਨਹੀਂ ਆ। ਵੈਪਟ ਵੀਪ ਤੋਂ ਬਣਦਾ ਨਾ ਵੈਪਟ, ਕਿ ਕਹਿੰਦੇ ਕਿਹੜਾ ਇਨਸਾਨ ਆ ਜਿਹੜਾ ਅਜੇ ਤੱਕ ਨਹੀਂ ਰੋਇਆ, ਸਾਰੇ ਰੋਏ ਆ। ਠੀਕ ਹੈ, then ਅੱਗੇ ਜਿਹੜਾ ਹੈਗਾ ਆ ਪੁਆਇੰਟ, ਅੱਗੇ ਗੱਲ ਕੀਤੀ ਹੈ ਗ੍ਰੀਨ ਜਿਹੜਾ ਪੁਆਇੰਟ ਲਿਖਿਆ ਹੋਇਆ ਇਹਨਾਂ ਨੇ, omission of the relative pronoun and the antecedent, ਕਹਿੰਦੇ ਕਿ ਕਈ ਵਾਰੀ ਕਹਿੰਦੇ ਕਿ ਸੈਂਟੈਂਸਿਸ ਨੂੰ ਆਪਸ ਵਿੱਚ ਜੋੜਨ ਦੇ ਲਈ ਕਹਿੰਦੇ ਇਟਸ ਨਾਟ ਕਿ ਰਿਲੇਟਿਵ ਪ੍ਰੋਨਾਊਨ ਲਗਾਉਣੇ ਜ਼ਰੂਰੀ ਹੀ ਹੋਣ। ਕਹਿੰਦੇ ਕਈ ਵਾਰੀ ਜਦੋਂ ਆਪਾਂ ਇਹਨਾਂ ਨੂੰ ਇਕੱਠਿਆਂ ਕਰਦੇ ਆ ਤੇ ਕਹਿੰਦੇ ਕਿ ਆਪਾਂ ਰਿਲੇਟਿਵ ਪ੍ਰੋਨਾਊਨ ਨਾ ਵੀ ਲਾਈਏ ਤੇ ਤਾਂ ਵੀ ਸੈਂਟੈਂਸ ਜਾਂ ਕਹਿ ਲਓ ਕਿ ਸੈਂਟੈਂਸ ਦੀ ਸੈਂਸ ਜਿਹੜੀ ਹੁੰਦੀ ਆ ਉਹ ਸਹੀ ਹੀ ਰਹਿੰਦੀ ਆ। ਕੀ ਆ? ਜਿੱਦਾਂ ਪਹਿਲਾ ਪੁਆਇੰਟ, the relative pronoun in the objective case is generally omitted, ਕਹਿੰਦੇ ਕਿ relative pronoun ਜਿਹੜਾ ਵਾ ਕਹਿੰਦੇ ਜੇ objective case ਵਿੱਚ ਆ ਜ਼ਿਆਦਾਤਰ ਕਹਿੰਦੇ ਉਹ omit ਕੀਤਾ ਜਾਂਦਾ। objective case ਦਾ ਮਤਲਬ ਕੀ ਆ? ਕਿ sentence ਦੇ end ਵਿੱਚ ਜਦੋਂ ਆ ਰਿਹਾ ਹੋਵੇ। ਕਿੱਦਾਂ? I am a monarch of all that I survey, ਹੁਣ ਲਗਭਗ ਸੈਂਟੈਂਸ all ਤੱਕ ਕੰਪਲੀਟ ਸੀਗਾ। ਠੀਕ ਹੈ, ਤੇ ਇਹ ਐਂਡ ਦੇ ਵਿੱਚ ਆ ਰਿਹਾ ਆ ਤੇ ਕਹਿੰਦੇ ਇੱਥੇ that ਲਗਾਉਣਾ ਨਾ ਲਗਾਉਣਾ ਤੁਹਾਡੀ ਮਰਜ਼ੀ ਆ। ਬ੍ਰੈਕਟ 'ਚ ਆਪਾਂ ਉਦੋਂ ਚੀਜ਼ ਨੂੰ ਰੱਖਦੇ ਆ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਲਿਖਣ ਦੀ ਉੱਥੇ ਜ਼ਰੂਰਤ ਨਹੀਂ ਹੁੰਦੀ ਗ੍ਰਾਮੈਟਿਕਲੀ। ਠੀਕ ਹੈ, ਬਸ ਆਪਾਂ ਆਪਣੀ ਅੰਡਰਸਟੈਂਡਿੰਗ ਵਾਸਤੇ ਉਹਨੂੰ ਲਿਖ ਦਿੰਦੇ ਆ। ਇਦਾਂ ਲਿਖ ਬੋਲਿਆ ਜਾ ਸਕਦਾ ਸੀਗਾ I am monarch of all I survey, ਕਹਿੰਦੇ ਜਿਨ੍ਹਾਂ ਦਾ ਸਰਵੇ ਕੀਤਾ ਉਹਨਾਂ ਸਾਰਿਆਂ ਦਾ ਮੈਂ ਕੀ ਆ? ਮੋਨਾਰਕ। ਮੋਨਾਰਕ ਦਾ ਮਤਲਬ ਹੁੰਦਾ ਆ ਜਿਹੜੇ ਰਾਜੇ ਸ਼ਾਸਨ ਕਰਦੇ ਆ। ਠੀਕ ਹੈ, ਜਿੱਦਾਂ ਆਪਾਂ ਕਹਿ ਦਈਏ ਕਿ ਇਹ ਰਾਜਾ ਜਿਹੜਾ ਵਾ ਇਸ ਇੰਨੇ ਕੇ ਰੀਜ਼ਨ ਦਾ ਰਾਜਾ ਵਾ ਤੇ ਉਹਨੂੰ ਆਪਾਂ ਮੋਨਾਰਕ ਕਵਾਂਗੇ ਉਹਦਾ। ਠੀਕ ਹੈ, ਸੈਕਿੰਡ ਹੈਗਾ ਦਿਸ ਇਜ਼ ਦਾ ਬੁੱਕ that I am in need of, ਹੁਣ ਇਹਨੂੰ ਨਾ ਵੀ ਬੋਲਦੇ this is the book I am in need of, ਸੋ ਇੱਥੇ ਵੀ ਕਹਿੰਦੇ ਕਿ omit ਕੀਤਾ ਜਾ ਸਕਦਾ ਹੈ ਕਿਉਂਕਿ this is the book sentence complete ਆ ਤੇ ਉਹਦੇ objective ਯਾਨੀ ਕਿ end ਤੇ ਆ ਰਿਹਾ ਹੈ। ਠੀਕ ਹੈ, then B ਹੈਗਾ ਆ sometimes the antecedent of the relative pronoun is omitted, antecedent ਮਤਲਬ ਕਿ ਉਹ ਜਿਹੜੇ relative pronoun ਹੁੰਦੇ ਆ ਨਾ ਉਹ ਪਿੱਛੇ ਜਾ ਕੇ ਜਦੋਂ ਜਿਹੜੇ ਸਬਜੈਕਟ ਜਾਂ ਨਾउन ਵੱਲ ਇਸ਼ਾਰਾ ਕਰਦੇ ਉਹਨੂੰ ਆਪਾਂ ਐਂਟੀਸੀਡੈਂਟ ਕਹਿੰਦੇ ਆ। ਕਹਿੰਦੇ ਉਹ ਵੀ omit ਹੋ ਜਾਂਦੇ ਆ। ਕਿੱਦਾਂ? whom the god loves die young, ਹੁਣ whom ਜਿਹੜਾ ਵਾ ਲਗਾਓਗੇ ਨਹੀਂ ਲਗਾਓਗੇ when the god whom the god loves die young, ਹੁਣ ਇਹਦੇ ਵਿੱਚ ਕਹਿੰਦੇ ਕਿ ਜਿਹੜਾ ਇਹ whom word ਸੀਗਾ ਨਾ ਵੀ ਲਗਾਉਂਦੇ ਤਾਂ ਵੀ ਠੀਕ ਸੀਗਾ। ਸਿੰਪਲੀ ਬੋਲਿਆ ਜਾ ਸਕਦਾ ਸੀ the god love die young, ਪਰਮਾਤਮਾ ਪਿਆਰ ਕਰਦਾ ਜਿਨ੍ਹਾਂ ਨੂੰ ਉਹ ਛੇਤੀ ਮਰ ਜਾਂਦੇ ਆ। ਠੀਕ ਹੈ, then position of the relative pronoun, ਕਹਿੰਦੇ ਕਿ relative pronoun ਜਿਹੜਾ ਆ ਉਹਦੀ position ਜਿਹੜੀ ਹੁੰਦੀ ਆ ਉਹ ਕਿੱਥੇ ਹੁੰਦੀ ਆ ਸੈਂਟੈਂਸ ਵਿੱਚ। the relative pronoun should be placed as near its antecedent as possible, antecedent ਮਤਲਬ ਕਿ ਜਿੱਦਾਂ who word ਆ ਤੇ ਆਪਾਂ ਪਹਿਲਾਂ ਕਿਸੇ ਪਰਸਨ ਦੀ ਗੱਲ ਕੀਤੀ ਆ ਤੇ ਬੈਕ ਜਾ ਕੇ ਉਹਦੇ ਵੱਲ ਇਸ਼ਾਰਾ ਕਰ ਰਿਹਾ ਆ।
ਉਹਦਾ ਐਂਟੀਸੀਡੈਂਟ ਹੋ ਗਿਆ। ਠੀਕ ਹੈ, ਕੀ ਇਹਨਾਂ ਨੇ ਕਿਹਾ ਵਾ, ਕਹਿੰਦੇ ਕਿ ਜਿਹੜੀ ਰਿਲੇਟਿਵ ਪ੍ਰੋਨਾउਨ ਦੀ ਪੋਜੀਸ਼ਨ ਹੁੰਦੀ ਆ ਨਾ, ਐਂਟੀਸੀਡੈਂਟ ਦੇ ਬਿਲਕੁਲ ਨਾਲ ਹੋਵੇ। ਠੀਕ ਹੈ ਨਾ, ਜਿੱਦਾਂ ਬੈਗ ਵਰਤਿਆ ਗਿਆ ਤੇ ਵਿੱਚ ਉਹਦੇ ਨਾਲ ਕਰਕੇ ਹੋਵੇ। ਜਿੱਦਾਂ ਮੈਂ ਕਿਸੇ ਵੂਮਨ ਦੀ ਗੱਲ ਕੀਤੀ ਆ ਤੇ ਹੂ ਜਾਂ ਹੁਮ ਵਰਡ ਉਹਦੇ ਬਿਲਕੁਲ ਨਾਲ ਹੋਣਾ ਚਾਹੀਦਾ ਆ। ਕਹਿੰਦੇ ਇਹ ਪੋਜੀਸ਼ਨ ਸੈਂਟੈਂਸ ਦੇ ਵਿੱਚ ਐਂਟੀਸੀਡੈਂਟ ਦੀ ਹੁੰਦੀ ਆ, ਰਿਲੇਟਿਵ ਪ੍ਰੋਨਾउन ਦੀ ਹੁੰਦੀ ਆ। ਠੀਕ ਹੈ, ਹੁਣ ਇਨਕਰੈਕਟ ਵਿੱਚ ਕੀ ਉਹਨਾਂ ਨੇ ਦਿੱਤਾ ਆ, ਦ ਸਟੂਡੈਂਟ ਹੂ ਵਾਜ਼ ਪਨਿਸ਼ਡ ਬਾय ਦ ਟੀਚਰ ਹੂ ਵਾਜ਼ ਡਿਸਓਬੀਡੀਐਂਟ। ਹੁਣ ਹੂ ਵਰਡ ਜਿਹੜਾ ਵਾ ਉਹ ਰਿਲੇਟਿਵ ਆ। ਹੁਣ ਇੱਥੇ ਜਿਹੜਾ ਹੁਣ ਗੱਲ ਤੇ ਸਟੂਡੈਂਟ ਦੀ ਹੋ ਰਹੀ ਆ, ਠੀਕ ਹੈ ਨਾ, ਸੋ ਇਹ ਜਿਹੜਾ ਹੂ ਵਰਡ ਆ ਸਟੂਡੈਂਟ ਦੇ ਬਿਲਕੁਲ ਨਾਲ ਕਰਕੇ ਹੋਣਾ ਚਾਹੀਦਾ ਸੀਗਾ। ਠੀਕ ਹੈ ਨਾ, ਤੇ ਆਪਾਂ ਕੀ ਕੀਤਾ ਵਾ, ਆਪਾਂ ਟੀਚਰ ਤੱਕ ਪਹਿਲਾਂ ਸੈਂਟੈਂਸ ਕੰਪਲੀਟ ਕੀਤਾ ਤੇ ਫਿਰ ਹੂ ਲਿਖਿਆ, ਜਿਹੜਾ ਕਿ ਗਲਤ ਹੋ ਗਿਆ। ਠੀਕ ਹੈ ਨਾ, ਕਿਉਂਕਿ ਪੋਜੀਸ਼ਨ ਆਪਾਂ ਗਲਤ ਲਿਖ ਦਿੱਤੀ ਹੈ ਇਹਦੀ। ਸੋ ਆਪਾਂ ਕੀ ਕਰਨਾ ਆ, ਸਟੂਡੈਂਟ ਦੇ ਬਿਲਕੁਲ ਨਾਲ ਕਰਕੇ ਹੂ ਲਿਖ ਦੇਣਾ ਆ। ਉਹਨਾਂ ਨੇ ਕਿਹਾ ਦ ਸਟੂਡੈਂਟ ਹੂ ਵਾਜ਼ ਡਿਸਓਬੀਡੀਐਂਟ। ਪਹਿਲੇ ਦਾ ਮਤਲਬ ਇਹ ਬਣਦਾ ਸੀਗਾ, ਕਹਿੰਦੇ ਕਿ ਸਟੂਡੈਂਟ ਨੂੰ ਪਨਿਸ਼ ਕੀਤਾ ਗਿਆ ਟੀਚਰ ਦੁਆਰਾ ਜਿਹੜਾ ਕਿ ਆਗਿਆਕਾਰ ਨਹੀਂ ਸੀ। ਇਹ ਪੰਜਾਬੀ ਵਿੱਚ ਵੀ ਬਣਾਓਗੇ ਤੇ ਸਹੀ ਸੈਂਟੈਂਸ ਨਹੀਂ ਬਣਦਾ। ਜਦੋਂ ਆਪਾਂ ਬਣਾਉਂਦੇ ਆ ਇਹਨੂੰ ਇਸ ਤਰੀਕੇ ਨਾਲ, ਦ ਸਟੂਡੈਂਟ ਹੂ ਵਾਜ਼ ਡਿਸਓਬੀਡੀਐਂਟ, ਬੱਚਾ ਜਿਹੜਾ ਕਿ ਆਗਿਆਕਾਰ ਨਹੀਂ ਸੀ ਉਸ ਨੂੰ ਪਨਿਸ਼ ਕੀਤਾ ਗਿਆ ਅਧਿਆਪਕ ਦੁਆਰਾ। ਫਰਕ ਆ ਨਾ ਦੋਵਾਂ ਗੱਲਾਂ ਦੇ ਵਿੱਚ। ਠੀਕ ਹੈ, ਸੋ ਇਹ ਹੂ ਵਾਜ਼ ਡਿਸਓਬੀਡੀਐਂਟ ਜਿਹੜਾ ਇਹ ਸਾਰੇ ਦਾ ਸਾਰਾ ਜਿਹੜਾ ਵਾ ਸਟੂਡੈਂਟ ਦੇ ਲਾਗੇ ਲੈ ਆਉਣਾ, ਤੇ ਇਸ ਤੋਂ ਬਾਅਦ ਜੋ ਸੈਂਟੈਂਸ ਦਾ ਹਿੱਸਾ ਵਾ ਉਹਨੂੰ ਤੁਸੀਂ ਬਾਅਦ ਵਿੱਚ ਲਿਖ ਲਓ। ਠੀਕ ਹੈ, ਦੈਨ ਇਨਕਰੈਕਟ ਦੇ ਵਿੱਚ ਅੱਗੇ ਹੋਰ ਉਹਨਾਂ ਨੇ ਦਿੱਤਾ ਆ, ਅਵਰ ਪਲੇਅਰ ਸਕੋਰਡ ਅ ਗੋਲ ਹੂ ਵਾਜ਼ ਵੈਰੀ ਕੁਇਕ। ਹੁਣ ਅਗੇਨ ਇੱਥੇ ਹੂ ਵਰਡ ਜਿਹੜਾ ਉਹਨੂੰ ਪਲੇਅਰ ਦੇ ਲਾਗੇ ਹੋਣਾ ਚਾਹੀਦਾ ਸੀਗਾ। ਹੂ ਵਾਜ਼ ਵੈਰੀ ਕੁਇਕ, ਇਹ ਸਾਰਾ ਜਿਹੜਾ ਪਲੇਅਰ ਦੇ ਲਾਗੇ ਲੈ ਜਾਓ। ਅਵਰ ਪਲੇਅਰ ਹੂ ਵਾਜ਼ ਵੈਰੀ ਕੁਇਕ ਸਕੋਰਡ ਅ ਗੋਲ, ਕਹਿੰਦੇ ਕਿ ਸਾਡਾ ਪਲੇਅਰ ਜਿਹੜਾ ਕਿ ਬੜਾ ਕੁਇਕ ਆ, ਕਹਿੰਦੇ ਉਹਨੇ ਗੋਲ ਕੀਤਾ। ਠੀਕ ਹੈ, ਦੈਨ ਯੂਜ਼ ਆਫ ਇਟ ਆ ਬੱਚੇ। ਇਟ ਦਾ ਯੂਜ਼ ਲਗਭਗ ਜਿਹੜਾ ਆਪਾਂ ਪੜ੍ਹਿਆ ਵਾ ਉਹ ਹੈਗਾ ਨੋਨ ਲਿਵਿੰਗ ਚੀਜ਼ਾਂ ਵਾਸਤੇ। ਹੋਰ ਵੀ ਕਈ ਇਹਦੇ ਯੂਜ਼ਸ ਆ ਜਿੱਥੇ ਜਿੱਥੇ ਇਟ ਯੂਜ਼ ਹੁੰਦਾ ਆ। ਦ ਵੈਰੀ ਫਸਟ ਪੁਆਇੰਟ ਇਜ਼ ਫॉर ਲਾਈਫਲੈਸ ਥਿੰਗਸ, ਮੀਨਸ ਜਿਹੜੀਆਂ ਨੋਨ ਲਿਵਿੰਗ ਚੀਜ਼ਾਂ ਉਹਨਾਂ ਵਾਸਤੇ ਇਟ ਯੂਜ਼ ਕਰਦੇ ਆ। ਜਿਵੇਂ ਇਟ ਇਜ਼ ਅ ਨਾਈਸ ਬੈਗ, ਕਿ ਇਹ ਬੈਗ ਬੜਾ ਸੋਹਣਾ ਹੈ। ਸੋ ਬੈਗ ਕੀ ਹੋ ਗਿਆ, ਨੋਨ ਲਿਵਿੰਗ ਚੀਜ਼। ਦੈਨ ਸੈਕਿੰਡ ਪੁਆਇੰਟ ਹੈਗਾ ਆ ਫॉर ਐਨੀਮਲਸ। ਐਨੀਮਲਸ ਜਿਹੜੇ ਆ ਉਹਨਾਂ ਵਾਸਤੇ ਵੀ ਇਟ ਵਰਤਿਆ ਜਾਂਦਾ ਆ। ਵੀ ਹੈਵ ਅ ਕਾਓ ਇਟਸ ਬਲੈਕ ਇਨ ਕਲਰ। ਜਦੋਂ ਤੁਸੀਂ ਛੋਟੇ ਹੁੰਦੇ ਕੋਈ ਨਿੱਕਾ ਜਿਹਾ ਐਸੇ ਕਰਦੇ ਸੀਗੇ ਜਾਂ ਪੈਰਾਗ੍ਰਾਫ ਦਾ ਤੁਹਾਨੂੰ ਕਹਿ ਦਿੱਤਾ ਜਾਂਦਾ ਸੀ ਮਾਈ ਕਾਓ ਲਿਖੋ, ਹਨਾ, ਜਾਂ ਚੇਅਰ ਦਾ ਮਾਈ ਚੇਅਰ ਦਾ ਹੋ ਗਿਆ, ਜਾਂ ਕਿਸੇ ਡੌਗ ਜਾਂ ਕਿਸੇ ਵੀ ਐਨੀਮਲ ਦਾ। ਆਪਾਂ ਜਦੋਂ ਪਹਿਲਾਂ ਲਿਖਦੇ ਹੁੰਦੇ ਸੀ ਦਿਸ ਇਜ਼ ਮਾਈ ਕਾਓ, ਫਿਰ ਇਟ ਕਰਕੇ ਆਪਾਂ ਉਹਨਾਂ ਦੇ ਸੈਂਟੈਂਸਸ ਬਣਾਉਂਦੇ ਸੀ। ਇਟ ਹੈਜ਼ ਟੂ ਆਈਜ਼, ਇਟ ਹੈਜ਼ 4 ਲੈਗਸ, ਏਦਾਂ ਹੀ ਲਿਖਦੇ ਸੀ ਨਾ। ਸੋ ਐਨੀਮਲਸ ਵਾਸਤੇ ਵੀ ਇਟ ਯੂਜ਼ ਹੁੰਦਾ ਆ। ਅੱਗੇ ਇੱਕ ਹੋਰ ਪੁਆਇੰਟ ਸੈਂਟੈਂਸ ਇਹਨਾਂ ਨੇ ਇਸੇ ਦੇ ਵਿੱਚ ਦਿੱਤਾ ਹੋਇਆ, ਦਾ ਡੌਗ ਜੰਪਡ ਇਨਟੂ ਦ ਵਾਟਰ ਐਂਡ ਲੋਸਟ ਇਟਸ ਲਾਈਫ। ਇਟਸ ਪੋਜੈਸਿਵ ਆ, ਜ਼ਿੰਦਗੀ ਦਾ ਸੰਬੰਧ ਡੌਗ ਦੇ ਨਾਲ, ਤੇ ਆਪਾਂ ਕੀ ਕਵਾਂਗੇ, ਉਸਦੀ ਜ਼ਿੰਦਗੀ, ਹੈ ਨਾ। ਸੋ ਇਟ ਨੂੰ ਇਟਸ ਬਣਾਇਆ ਗਿਆ ਇਸ ਕਰਕੇ ਕਿਉਂਕਿ ਉਹਦੀ ਜ਼ਿੰਦਗੀ ਦਾ ਸੰਬੰਧ ਉਸ ਡੌਗ ਦੇ ਨਾਲ ਆਪਾਂ ਕਰ ਰਹੇ ਹਾਂ। ਠੀਕ ਹੈ ਨਾ। ਦੈਨ ਥਰਡ ਪੁਆਇੰਟ ਹੈਗਾ ਆ ਫॉर ਯੰਗ ਚਿਲਡਰਨ, ਛੋਟੇ ਬੱਚੇ ਜਿਹੜੇ ਬਿਲਕੁਲ ਕਹਿ ਲਓ 5 ਸਾਲ ਤੱਕ ਦੀ ਉਮਰ ਦੇ ਬੱਚੇ। ਬਹੁਤ ਇਸ ਤੋਂ ਅੱਗੇ ਜਿਹੜੇ ਉਹ ਥੋੜੇ ਜਿਹੇ ਵੱਡੇ ਹੋ ਜਾਂਦੇ ਉਹਨਾਂ ਨੂੰ ਆਪਾਂ ਚਿਲਡਰਨ ਤੇ ਕਹਿ ਦਿੰਦੇ ਆ, ਬਟ ਬਹੁਤ ਜ਼ਿਆਦਾ ਛੋਟੇ ਬੱਚਿਆਂ ਲਈ ਇਟ ਵਰਤਿਆ ਜਾਂਦਾ ਆ। ਦ ਚਾਈਲਡ ਇਜ਼ ਵੀਪਿੰਗ ਆਈ ਥਿੰਕ ਇਟਸ ਹੰਗਰੀ। ਹੁਣ ਬੱਚੇ ਦੀ ਗੱਲ ਹੋ ਰਹੀ ਆ, ਜਦੋਂ ਦੂਸਰੀ ਵਾਰੀ ਸੈਂਟੈਂਸ ਬਣਾਉਣਾ ਤੇ ਫਿਰ ਥੋੜੀ ਆਪਾਂ ਦਾ ਚਾਈਲਡ ਕਰਕੇ ਲਿਖਾਂਗੇ, ਹੈ ਨਾ। ਆਪਾਂ ਨਾਮ ਨੂੰ ਵਾਰ-ਵਾਰ ਰਿਪੀਟ ਨਹੀਂ ਕਰ ਸਕਦੇ। ਸੋ ਇਸੇ ਕਰਕੇ ਪ੍ਰੋਨਾਉਨ ਕੰਮ ਚ ਆਉਂਦੇ ਆ। ਪਹਿਲਾਂ ਉਹਨਾਂ ਨੇ ਕਿਹਾ ਬੱਚਾ ਰੋ ਰਿਹਾ ਆ, ਉਹ ਹੰਗਰੀ ਲੱਗਦਾ ਆ। ਠੀਕ ਹੈ, ਇਟ ਨੂੰ ਇਹ ਵੀ ਵੈਸੇ ਪੰਜਾਬੀ ਦੀ ਇਹੀ ਹੁੰਦੀ ਆ, ਬਟ ਅਗਰ ਆਪਾਂ ਸੈਂਸ ਬਣਾਉਣੀ ਆ ਸੈਂਟੈਂਸ ਦੀ ਫਿਰ ਉਹ ਕਹਿਣਾ ਵੀ ਇਹਨੂੰ ਗਲਤ ਨਹੀਂ ਹੁੰਦਾ। ਠੀਕ ਹੈ ਨਾ, ਇਹ ਮੈਨੂੰ ਭੁੱਖਾ ਲੱਗ ਰਿਹਾ ਆ। ਠੀਕ ਹੈ, ਅਗੇਨ ਬੇਬੀ ਦਾ ਹੀ ਸੈਂਟੈਂਸ ਆ, ਦਾ ਬੇਬੀ ਹੈਜ਼ ਹਰਟ ਇਟਸੈਲਫ, ਕਹਿੰਦੇ ਕਿ ਬੇਬੀ ਜਿਹੜਾ ਆ ਉਹਨੇ ਆਪਣੇ ਆਪ ਨੂੰ ਜਿਹੜਾ ਆ ਹਰਟ ਕਰ ਲਿਆ, ਸੱਟ ਲਗਾ ਲਈ। ਹੁਣ ਸਟੂਡੈਂਟਸ ਇਹ ਵਾਲਾ ਜਿਹੜਾ ਸੈਂਟੈਂਸ ਆ, ਹੇਅਰ ਸਰਬ ਇਜ਼ ਪ੍ਰੈਜ਼ੈਂਟ ਸਮਰਜੋਤ ਸੁਖਚੈਨ ਐਂਡ ਗੁਰਸ਼ਰਨ, ਬੱਚੇ ਦੱਸ ਸਕਦੇ ਹੋ ਜਿਹੜਾ ਆਹ ਵਾਲਾ ਸੈਂਟੈਂਸ ਆ ਇਹ ਰਿਫਲੈਕਸਿਵ ਆ ਕਿ ਇੰਫੈਥਿਕ ਆ? ਮੈਂ ਪਿੱਛੇ ਤੁਹਾਨੂੰ ਪੜ੍ਹਾ ਕੇ ਗਈ ਹਾਂ। ਇਹ ਇਟਸੈਲਫ ਜਿਹੜਾ ਵਾ ਇਹ ਰਿਫਲੈਕਸਿਵ ਹੋਊਗਾ ਕਿ ਇੰਫੈਥਿਕ ਹੋਊਗਾ? ਸਪੀਕਰ ਔਨ ਕਰਕੇ ਦੱਸੋ। ਮੈਮ ਰਿਫਲੈਕਸਿਵ। ਰਾਈਟ, ਇਹ ਰਿਫਲੈਕਸਿਵ ਆ। ਹੁਣ ਰਿਫਲੈਕਸਿਵ ਕਿਉਂ ਆ? ਮੈਂ ਤੁਹਾਨੂੰ ਕਿਹਾ ਸੀ ਕਿ ਸੈਲਫ ਵਰਡ ਜਦੋਂ ਐਕਸ਼ਨ ਦੇ ਬਿਲਕੁਲ ਨਾਲ ਆਵੇ, ਹਰਟ ਕਰਨਾ ਮਤਲਬ ਸੱਟ ਲਗਾਉਣਾ,
ਸਹੀ ਆ ਨਾ। ਐਕਸ਼ਨ ਦੇ ਬਿਲਕੁਲ ਨਾਲ ਕਰਕੇ ਸੈਲਫ ਵਰਡ ਲੱਗਾ ਹੋਵੇ ਨਾ ਤੇ ਉਹ ਹੋਊਗਾ ਰਿਫਲੈਕਸਿਵ। ਰਿਫਲੈਕਸ ਮੀਨਸ ਐਕਸ਼ਨ, ਠੀਕ ਹੈ, ਕੁਇਕ ਐਕਸ਼ਨ। ਸੋ ਇਸ ਕਰਕੇ ਨੂੰ ਆਪਾਂ ਕਵਾਂਗੇ ਇਟਸ ਅ ਰਿਫਲੈਕਸਿਵ ਪ੍ਰੋਨਾਊਨ, ਠੀਕ ਹੈ। ਦੈਨ ਫੋਰਥ ਹੈਗਾ ਆ ਟਾਈਮ ਦੇ ਬਾਰੇ ਗੱਲ ਕੀਤੀ ਉਹਨਾਂ ਨੇ, ਕਹਿੰਦੇ ਕਿ ਜਦੋਂ ਸਮਾਂ ਦੱਸਣਾ ਹੁੰਦਾ ਆ ਨਾ ਤੇ ਸਮੇਂ ਨੂੰ ਦੱਸਣ ਦੇ ਲਈ ਵੀ ਆਪਾਂ ਇਟ ਯੂਜ਼ ਕਰਦੇ ਆ। ਜਿੱਦਾਂ ਹੁਣ ਤੁਹਾਨੂੰ ਵੀ ਕੋਈ ਟਾਈਮ ਪੁੱਛ ਲੈ ਕਿ ਵਾਟਸ ਦਾ ਟਾਈਮ, ਤੁਸੀਂ ਕਹੋਗੇ ਇਟਸ 8 o'clock, ਠੀਕ ਹੈ, ਕਿ 8 ਵੱਜ ਚੁੱਕੇ ਆ। ਇਸ ਦੇ ਨਾਲ ਨਾਲ ਹੁਣ ਜਿਹੜਾ ਸਮਾਂ ਆ, ਸਮਾਂ ਘੜੀ ਦਾ ਨਹੀਂ ਉਹਨਾਂ ਨੇ ਕਿਹਾ, ਉਹਦੇ ਵਿੱਚ ਤੁਹਾਡੇ ਦਿਨ ਵੀ ਹੋ ਸਕਦੇ ਆ, ਠੀਕ ਹੈ ਨਾ। ਅੱਗੇ ਉਹਨਾਂ ਨੇ ਕਿਹਾ ਆ ਇਟਸ ਮੰਡੇ ਅਗੇਨ। ਸੋ ਦਿਨਾਂ ਦੇ ਨਾਮ ਹੋ ਗਏ, ਜਾਂ ਸਮੇਂ ਦਾ ਕਿਸੇ ਨੂੰ ਦੱਸਣਾ ਹੋਇਆ ਤੁਸੀਂ ਇਟ ਕਰਕੇ ਸੈਂਟੈਂਸ ਸਟਾਰਟ ਕਰੋਗੇ, ਠੀਕ ਹੈ। ਦੈਨ ਪੰਜਵਾਂ ਪੁਆਇੰਟ ਹੈਗਾ ਆ ਵੈਦਰ। ਵੈਦਰ ਦਾ ਮਤਲਬ ਹੁੰਦਾ ਮੌਸਮ। ਜਿੱਦਾਂ ਆਪਾਂ ਕਹਿ ਦਈਏ ਇਟਸ ਵੈਰੀ ਕੋਲਡ ਟੂਡੇ, ਕਿ ਅੱਜ ਬੜੀ ਠੰਡ ਹੈ, ਠੀਕ ਹੈ। ਇਟਸ ਵੈਰੀ ਹੌਟ ਟੂਡੇ, ਜਾਂ ਇਟਸ ਰੇਨਿੰਗ ਹੈਵੀਲੀ ਟੂਡੇ, ਠੀਕ ਹੈ। ਸੋ ਇਹ ਸਭ ਚੀਜ਼ਾਂ ਜਿਹੜੀਆਂ ਆ ਮਤਲਬ ਮੌਸਮ ਦਾ ਹਿਸਾਬ ਕਿਤਾਬ ਜਿਹੜਾ ਹੁੰਦਾ ਵਾ ਉਹਦੇ ਲਈ ਵੀ ਆਪਾਂ ਇਟ ਵਰਤਦੇ ਹਾਂ। ਇੱਥੇ ਰੁੱਤ ਦੀ ਗੱਲ ਵੀ ਕੀਤੀ ਆ, ਉੱਥੇ ਵੀ ਇਟ ਦੀ ਹੀ ਯੂਜ਼ ਹੋਣਾ ਵਾ। ਸਪਰਿੰਗ ਕਿਉਂਕਿ ਬਸੰਤ ਰੁੱਤ ਹੁੰਦੀ ਆ, ਠੀਕ ਹੈ, ਤੇ ਇੱਥੇ ਵੀ ਉਹਨਾਂ ਨੇ ਇਟ ਯੂਜ਼ ਕੀਤਾ। ਦੈਨ ਸਿਕਸਥ ਹੈਗਾ ਆ ਟੈਂਪਰੇਚਰ। ਟੈਂਪਰੇਚਰ ਮੀਨਸ ਤਾਪਮਾਨ। ਗਰਮੀ ਜ਼ਿਆਦਾ ਹੋਵੇ ਘੱਟ ਹੋਵੇ, ਵੈਸੇ ਉਹੀ ਚੀਜ਼ ਆ ਜਾਂਦੀ ਵੈਦਰ ਵਾਲੀ ਹੋਈ, ਕਿ ਡਿਗਰੀਜ਼ ਦੀ ਜਦੋਂ ਗੱਲ ਕਰਨੀ ਹੈ ਕਿ ਕਿੰਨੇ ਡਿਗਰੀ ਸੈਲਸੀਅਸ ਅੱਜ ਟੈਂਪਰੇਚਰ, ਤੇ ਉੱਥੇ ਵੀ ਇਟ ਹੀ ਲਗਾਓਗੇ। ਦੈਨ ਡਿਸਟੈਂਸ। ਡਿਸਟੈਂਸ ਦਾ ਮਤਲਬ ਹੁੰਦਾ ਵਾ ਇੱਥੇ ਵਾ ਇੱਕ ਪਲੇਸ, ਇੱਕ ਇੱਥੇ ਆ ਪਲੇਸ, ਤੇ ਇਹਨਾਂ ਦੇ ਵਿੱਚ ਦੂਰੀ ਕਿੰਨੀ ਆ, ਜਿਹੜੀ ਕਿ ਕਿਲੋਮੀਟਰਸ ਵਿੱਚ ਆਪਾਂ ਮਾਪਦੇ ਹਾਂ, ਠੀਕ ਹੈ ਨਾ। ਜਿੱਦਾਂ ਇੱਥੇ ਮਹਿਤਾ ਹੋ ਗਿਆ, ਇੱਥੇ ਬਟਾਲਾ ਹੋ ਗਿਆ 18 ਕਿਲੋਮੀਟਰ, ਤੇ ਆਪਾਂ ਕੀ ਕਵਾਂਗੇ ਕਿ ਇੱਥੋਂ ਬਟਾਲਾ ਕਿੰਨਾ ਆ, ਇਟਸ 18 ਕਿਲੋਮੀਟਰ ਟੂ ਬਟਾਲਾ। ਜੇ ਆਪਾਂ ਮਹਿਤੇ ਦੇ ਵਿੱਚ ਖੜੇ ਹਾਂ, ਤੇ ਜੇ ਆਪਾਂ ਬਟਾਲੇ ਖੜੇ ਹਾਂ ਤੇ ਆਪਾਂ ਕੀ ਕਵਾਂਗੇ, ਇਟਸ 18 ਕਿਲੋਮੀਟਰਸ ਟੂ ਮਹਿਤਾ, ਠੀਕ ਹੈ ਨਾ। ਜਿਸ ਜਗ੍ਹਾ ਖੜੇ ਉਹਦਾ ਨਾਮ ਨਾ ਲਓ, ਟੂ ਕਰਕੇ ਜਿੱਥੋਂ ਦੀ ਦੂਰੀ ਦੱਸ ਰਹੇ ਹੋ ਉਹ ਬੋਲ ਦੋ, ਠੀਕ ਹੈ। ਦੈਨ 8th ਪੁਆਇੰਟ ਹੈਗਾ ਆ ਪ੍ਰੈਜ਼ੈਂਟ ਸਿਚੁਏਸ਼ਨ। ਪ੍ਰੈਜ਼ੈਂਟ ਸਿਚੁਏਸ਼ਨ ਦਾ ਮਤਲਬ ਜਿਹੜੀ ਹੁਣ ਇਸ ਸਮੇਂ ਜਿਹੜੀ ਕੰਡੀਸ਼ਨ ਤੁਹਾਡੀ ਆ, ਹਾਲਤ ਜਿਹੜੀ ਤੁਹਾਡੀ ਆ, ਠੀਕ ਹੈ, ਸਿਚੁਏਸ਼ਨ ਤੁਹਾਡੀ ਆ, ਹਾਲਾਤ ਕਹਿ ਲਓ। ਇਟਸ ਆਫੁਲ, ਇਟਸ ਨਥਿੰਗ ਬਟ ਡਿਸਗ੍ਰੇਸ। ਆਫੁਲ ਮਤਲਬ ਹੁੰਦਾ ਭਿਆਨਕ ਜੀ ਗੱਲ ਆ, ਜਾਂ ਅਜੀਬ ਜੀ ਗੱਲ ਆ, ਠੀਕ ਹੈ। 9th ਹੈਗਾ ਆ ਐਜ਼ ਅ ਸਬਜੈਕਟ ਬਿਫੋਰ ਦਾ ਵਰਬ ਟੂ ਬੀ। ਟੂ ਵਰਡ ਹੋ ਗਿਆ, ਬੀ ਹੋ ਗਈ ਹੈਲਪਿੰਗ ਵਰਬ। ਜਿੱਦਾਂ ਇਜ਼, ਐਮ, ਆਰ ਤੇ ਵਾਜ਼ ਵਰ ਹੁੰਦੇ ਆ, ਕਹਿੰਦੇ ਕਿ ਇਹਨਾਂ ਤੋਂ ਪਹਿਲਾਂ ਵੀ ਇਟ ਲੱਗਦਾ ਵਾ। ਹੁਣ ਜਿੱਦਾਂ ਇੱਥੇ ਲਿਖਿਆ ਹੋਇਆ ਆ ਇਟ ਇਜ਼ ਈਜ਼ੀ ਟੂ ਫਾਈਂਡ, ਹੁਣ ਇੱਥੇ ਟੂ ਤੇ ਫਾਈਂਡ ਤੁਹਾਡੀ ਵਰਬ ਹੋ ਗਈ, ਠੀਕ ਹੈ ਨਾ। ਸੋ ਕਹਿੰਦੇ ਇਹਨਾਂ ਦੇ ਨਾਲ ਵੀ ਜਿਹੜਾ ਜਦੋਂ ਸੈਂਟੈਂਸ ਸਟਾਰਟ ਕਰਨਾ ਹੁੰਦਾ ਵਾ ਤੇ ਇਟ ਲੱਗਦਾ। ਕਹਿੰਦੇ ਇਟਸ ਈਜ਼ੀ ਟੂ ਫਾਈਂਡ ਫਾਲਟ ਵਿਦ ਅਦਰਸ, ਕਹਿੰਦੇ ਇਹ ਬੜਾ ਸੌਖਾ ਆ ਕਿ ਦੂਜਿਆਂ 'ਚ ਕਮੀਆਂ ਲੱਭੀਆਂ ਜਾਣ, ਜਾਂ ਲੱਭਦੇ ਹੋ ਜਦੋਂ ਤੁਸੀਂ, ਠੀਕ ਹੈ। ਇਟਸ ਨੈਵਰ ਟੂ ਲੇਟ ਟੂ ਮੈਂਡ, ਕਹਿੰਦੇ ਕਦੀ ਵੀ ਕਿਸੇ ਚੀਜ਼ ਦੇ ਲਈ ਦੇਰੀ ਨਹੀਂ ਹੁੰਦੀ। ਜਦੋਂ ਮਤਲਬ ਸ਼ੁਰੂਆਤ ਆਪਾਂ ਕਹਿੰਦੇ ਕਿਤੋਂ ਵੀ ਕਰ ਸਕਦੇ ਹਾਂ, ਠੀਕ ਹੈ। ਦੈਨ 10th ਹੈਗਾ ਆ ਟੂ ਰੈਫਰ ਟੂ ਸਮ ਸਟੇਟਮੈਂਟ ਗੋਇੰਗ ਬਿਫੋਰ। ਜਿਹੜੀ ਸਟੇਟਮੈਂਟ ਪਹਿਲਾਂ ਜਾ ਰਹੀ ਹੋਵੇ, ਜਿਹੜੀ ਗੱਲ ਤੁਸੀਂ ਕਹੀ ਹੋਵੇ, ਕਹਿੰਦੇ ਉਹਦੇ ਲਈ ਵੀ ਤੁਸੀਂ ਟੂ ਵਰਡ ਜਿਹੜਾ ਵਾ ਯੂਜ਼ ਕਰ ਸਕਦੇ ਹੋ, ਸੌਰੀ ਇਟ ਯੂਜ਼ ਕਰ ਸਕਦੇ ਹੋ। ਯੂ ਆਰ ਸੇਇੰਗ ਸਮਥਿੰਗ ਐਂਡ ਆਈ ਨੋ ਇਟ। ਹੁਣ ਜਿੱਦਾਂ ਆਹ ਸਟੇਟਮੈਂਟ ਕਿਹਾ ਵਾ, ਉਹਨਾਂ ਨੇ ਗੱਲ ਕੀ ਕੀਤੀ, ਕਹਿੰਦੇ ਕਿ ਤੁਸੀਂ ਕੁਝ ਕਹਿ ਰਹੇ ਸੀਗੇ ਤੇ ਮੈਂ ਉਹ ਜਾਣਦਾ ਆ। ਕੀ ਜਾਣਦਾ ਵਾ? ਸਟੇਟਮੈਂਟ ਜਾਣਦਾ ਆ, ਜਿਹੜੀ ਤੁਸੀਂ ਗੱਲ ਬੋਲੀ ਆ, ਠੀਕ ਹੈ। 11th ਹੈਗਾ ਇੰਟਰੋਗੇਟਿਵ ਸੈਂਟੈਂਸਿਸ ਦੇ ਵਿੱਚ ਵੀ ਕਈ ਵਾਰ ਯੂਜ਼ ਹੋ ਜਾਂਦਾ। ਜਿੱਦਾਂ ਹੂ ਇਜ਼ ਇਟ, ਇੱਥੇ ਇਟ ਕਿਹਾ ਗਿਆ ਪਰਸਨ ਨੂੰ, ਹੂ ਇਜ਼ ਇਟ ਇਹ ਕੌਣ ਆ, ਤੇ ਆਂਸਰ ਕੀ ਆਇਆ ਅੱਗਿਓਂ, ਇਟਸ ਰਮਨ, ਕਿ ਇਹ ਰਮਨ ਆ। ਦੈਨ 12th ਹੈਗਾ ਆ ਇਨ ਐਕਸਕਲੇਮੇਟਰੀ ਸੈਂਟੈਂਸਿਸ। ਐਕਸਕਲੇਮੇਟਰੀ ਦਾ ਮਤਲਬ ਹੁੰਦਾ ਵਾ ਜਿਹਦੇ ਪਿੱਛੇ ਐਕਸਕਲੇਮੇਸ਼ਨ ਦਾ ਸਾਈਨ ਲੱਗਦਾ, ਮਤਲਬ ਹੈਰਾਨੀ ਵਾਲੇ ਸੈਂਟੈਂਸਿਸ ਹੁੰਦੇ ਜਿਹੜੇ। ਜਿਵੇਂ ਇੱਥੇ ਕੀ ਦਿੱਤਾ ਹੋਇਆ, ਵਟ ਅ ਫਾਈਨ ਸੀਨ ਇਟ ਇਜ਼। ਸੀਨ ਦੀ ਗੱਲ ਹੋ ਰਹੀ ਆ, ਕੀ ਕਿਹਾ ਜਾ ਰਿਹਾ ਉਹਦੇ ਬਾਰੇ, ਉਹਦੇ ਲਈ ਇਟ ਯੂਜ਼ ਕੀਤਾ ਗਿਆ। ਕਹਿੰਦੇ ਕਿ ਇਹ ਕਿੰਨਾ ਸੋਹਣਾ ਸੀਨ ਆ, ਠੀਕ ਹੈ ਨਾ। ਦੈਨ ਹਾਊ ਸਪਲੈਂਡਿਡ ਇਟ ਇਜ਼। ਸਪਲੈਂਡਿਡ ਦਾ ਮਤਲਬ ਹੁੰਦਾ ਇੰਪ੍ਰੈਸਿਵ, ਬੜੀ ਚੀਜ਼ ਵਧੀਆ, ਅੱਖਾਂ ਨੂੰ ਲੱਗਣੀ, ਅਟਰੈਕਟਿਵ ਲੱਗਣੀ, ਕਿ ਕਿੰਨੀ ਵਧੀਆ ਚੀਜ਼ ਆ ਜਾਂ ਕਿੰਨੀ ਅਟਰੈਕਟਿਵ ਆ, ਠੀਕ ਹੈ। ਦੈਨ 13 ਹੈਗਾ ਆ ਟੂ ਲੇ ਇੰਫੈਸਿਸ। ਇੰਫੈਸਿਸ ਦਾ ਮਤਲਬ ਹੁੰਦਾ ਆ ਕਿਸੇ ਚੀਜ਼ ਨੂੰ ਹਾਈਲਾਈਟ ਕਰਨਾ, ਠੀਕ ਹੈ। ਕਹਿੰਦੇ ਕਿ ਇਹ ਚੀਜ਼ ਨੂੰ ਹਾਈਲਾਈਟ ਕਰਨ ਦੇ ਲਈ ਵੀ ਇਟ ਯੂਜ਼ ਹੁੰਦਾ। ਜਿੱਦਾਂ ਇਟ ਇਜ਼ ਆਈ ਹੂ ਹੈਲਪ ਯੂ ਇਨ ਟਾਈਮ ਆਫ ਨੀਡ। ਹੁਣ ਉਹ ਆਪਣੇ ਆਪ ਨੂੰ ਜਿਹੜਾ ਵਾ ਹਾਈਲਾਈਟ ਕਰ ਰਿਹਾ, ਕਹਿੰਦੇ ਇਹ ਮੈਂ ਸੀ। ਹੁਣ ਜ਼ੋਰ ਦਿੱਤਾ ਜਾ ਰਿਹਾ ਨਾ ਮੈਂ ਤੇ ਆਈ ਤੇ, ਠੀਕ ਹੈ ਨਾ। ਕਹਿੰਦੇ ਇਹ ਮੈਂ ਸੀ ਜਿਹਨੇ ਤੇਰੀ ਮਦਦ ਕੀਤੀ। ਸੋ ਕਹਿੰਦੇ ਕਿ
ਇੰਫੈਸਿਸ ਦੇਣ ਦੇ ਲਈ ਜਾਂ ਹਾਈਲਾਈਟ ਕਰਨ ਦੇ ਲਈ ਕਿਸੇ ਵਰਡ ਨੂੰ ਵੀ ਕਹਿੰਦੇ ਇਟ ਯੂਜ਼ ਜਿਹੜਾ ਉਹ ਕੀਤਾ ਜਾ ਸਕਦਾ ਆ। ਅਗਲਾ ਸੈਂਟੈਂਸ ਆ ਜਿੱਦਾਂ ਇਟ ਵਾਸ ਯੂ, ਕਹਿੰਦੇ ਇਹ ਤੂੰ ਸੀ, ਹੂ ਸਟਾਰਟਡ ਦ ਕੁਐਰਲ, ਜਿਹਨੇ ਕਹਿੰਦੇ ਲੜਾਈ ਸ਼ੁਰੂ ਕੀਤੀ। ਠੀਕ ਹੈ, ਸੋ ਇਹ ਸੀਗਾ ਤੁਹਾਡਾ ਰਿਲੇਟਿਵ ਪ੍ਰੋਨਾਉਨ ਦੇ ਯੂਜ਼ਸ ਐਂਡ ਯੂਜ਼ ਆਫ ਇਟ। ਠੀਕ ਹੈ, ਇਹ ਸੀਗਾ ਤੁਹਾਡਾ ਪ੍ਰੋਨਾਉਂਸ ਦਾ ਚੈਪਟਰ। ਨੈਕਸਟ ਮੀਟਿੰਗ ਦੇ ਵਿੱਚ ਆਪਾਂ ਤੁਹਾਡੇ ਪੀਟੀਏ ਆ ਰਹੇ ਆ ਐਂਡ 22 ਨੂੰ ਤੁਹਾਡਾ ਇੰਗਲਿਸ਼ ਦਾ ਆ ਤੇ ਉਹਨਾਂ ਦੀ ਆਪਾਂ ਰਿਵੀਜ਼ਨ ਕਰਾਂਗੇ। ਠੀਕ ਹੈ।